ਨਾਮ ਵਾਹਿਗੁਰੂ। ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰਗਨੀ ਮਨ ਗਾਰੈ। ਪਸ਼ੁ ਪਸ਼ੂ ਨਗ ਨਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ, ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਏਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਮੇਰਾ ਲਾਗੋ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ, ਮੇਰਾ ਲਾਗੋ ਰਾਮ ਸਿਉ ਹੇਤ। ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ, ਰਹਾਉ ਹਾਥ ਦੇ ਰਾਖਿਓ ਆਪਣਾ ਕਾਰ। ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ। ਜਨ ਕਾ ਆਪ ਸਹਾਈ, ਸਾਚਾ ਸਾਹਿਬ ਹੋਵਾ ਰਖਵਾਲਾ। ਰਾਖ ਲਿਏ ਕੰਠ ਲਾਏ,
ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਸਾਚਾ ਸਾਹਿਬ ਹੋਵਾ ਰਖਵਾਲਾ, ਰਾਖ ਲਿਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰੂ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਮਹਿਮਾ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਵਿੱਚ ਜਗਿਆਸੂ ਰੂਪ ਹੋ ਕੇ ਆਪਾਂ ਨੂੰ ਸਮਝਾ ਰਹੇ ਹਨ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਰਾ ਹਿੱਤ ਲੱਗਿਆ ਹੈ, ਮੇਰਾ ਪਿਆਰ ਬਣਿਆ ਹੈ। ਔਰ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਹੈ, ਦੁੱਖਾਂ ਦਾ ਜਿਹੜਾ ਨਿਸ਼ਾਨ ਸੀ, ਜਿਹੜਾ ਝੰਡਾ ਸੀ, ਉਹ ਸਤਿਗੁਰੂ ਜੀ ਨੇ ਰਹਿਮਤ ਕਰਕੇ ਕੱਟ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ ਜਗਤ ਦੇ ਵਿੱਚ ਜਿਹੜੇ ਦੁੱਖ ਹਨ ਉਹ ਵਿਆਪਕ ਹਨ। ਮੂਲ ਰੂਪ ਦੇ ਵਿੱਚ 3 ਪ੍ਰਕਾਰ ਦੇ ਦੁੱਖ ਮੰਨੇ ਗਏ ਹਨ। ਆਦਿ ਹੈ, ਵਿਆਧੀ ਹੈ, ਉਪਾਧੀ ਹੈ। ਸਰੀਰਕ ਦੁੱਖ ਹਨ, ਮਾਨਸਿਕ ਦੁੱਖ ਹਨ, ਦੈਵਿਕ ਦੁੱਖ ਹਨ। ਜਿਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ 2 ਪਾਸੇ ਦੀਆਂ ਫੌਜਾਂ ਲੜਦੀਆਂ ਹਨ, ਸਾਰੇ ਦੇਸ਼ ਆਪਣੀ ਆਪਣੀ ਧਰਤੀ ਦੇ ਉੱਪਰ ਆਪਣਾ ਆਪਣਾ ਨਿਸ਼ਾਨ ਲਗਾਉਂਦੇ ਹਨ, ਆਪਣਾ ਆਪਣਾ ਝੰਡਾ ਲਗਾਉਂਦੇ ਹਨ। ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਨਿਸ਼ਾਨ ਹਨ, ਵੱਖ-ਵੱਖ ਝੰਡੇ ਹਨ। ਜਿਸ ਤਰ੍ਹਾਂ ਹਿੰਦੁਸਤਾਨ ਦਾ ਜਿਹੜਾ ਰਾਸ਼ਟਰੀ ਨਿਸ਼ਾਨ ਹੈ, ਝੰਡਾ ਹੈ, ਉਹ ਤਿਰੰਗਾ ਹੈ। ਔਰ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਇਹ ਕੇਸਰੀ ਨਿਸ਼ਾਨ ਜਿਹੜਾ ਹੈ ਇਹ ਬਖਸ਼ਿਸ਼ ਕੀਤਾ ਹੈ।
ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਧਰਤੀ ਕਿਸੇ ਦੀ ਹੁੰਦੀ ਹੈ, ਨਿਸ਼ਾਨ ਜਾਂ ਝੰਡਾ ਜਿਹੜੇ ਹਨ ਉਹ ਕੋਈ ਆ ਕੇ ਲਾ ਲੈਂਦੇ ਹਨ। ਫਿਰ ਉਸ ਦੇ ਵਾਸਤੇ ਜੱਦੋ ਜਹਿਦ ਹੁੰਦੀ ਹੈ। ਫਿਰ ਜਿਹੜੀਆਂ ਫੌਜਾਂ ਹਨ ਜਦ ਆਪਣੀ ਧਰਤੀ ਨੂੰ ਵਾਪਸ ਲੈਂਦੀਆਂ ਹਨ, ਦੁਸ਼ਮਣ ਦਾ ਨਿਸ਼ਾਨ ਕੱਟ ਦਿੰਦੀਆਂ ਹਨ, ਉਹਨਾਂ ਦਾ ਝੰਡਾ ਕੱਟ ਦਿੰਦੀਆਂ ਹਨ, ਫਿਰ ਆਪਣਾ ਨਿਸ਼ਾਨ ਲਗਾ ਦਿੰਦੀਆਂ ਹਨ। ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਪ੍ਰਸੰਗਾਂ ਦੇ ਵਿੱਚ, ਜੰਗਾਂ ਯੁੱਧਾਂ ਦੇ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਦੇ ਵਿੱਚ, ਜੰਗਾਂ ਯੁੱਧਾਂ ਦੇ ਵਿੱਚ ਆਪਾਂ ਅਨੇਕਾਂ ਇਸ ਤਰ੍ਹਾਂ ਦੇ ਪ੍ਰਸੰਗ ਪੜ੍ਹੇ ਅਤੇ ਸੁਣੇ ਹਨ ਕਿ ਦੁਸ਼ਮਣ ਦਾ ਜਿਹੜਾ ਨਿਸ਼ਾਨ ਹੈ ਉਹ ਕੱਟ ਦਿੱਤਾ ਜਾਂਦਾ ਹੈ, ਉਹਨਾਂ ਦਾ ਝੰਡਾ ਕੱਟ ਦਿੱਤਾ ਜਾਂਦਾ ਹੈ, ਉੱਥੇ ਫਿਰ ਆਪਣਾ ਨਿਸ਼ਾਨ ਲਗਾਇਆ ਜਾਂਦਾ ਹੈ। ਇਹ ਸਰੀਰ, ਇਹ ਜੀਵਨ ਪਰਮਾਤਮਾ ਨੇ ਇਹ ਜੀਵ ਨੂੰ ਦਿੱਤਾ ਹੈ, ਪਰ ਕਈ ਵਾਰੀ ਜਿਹੜੇ ਦੁੱਖ ਹਨ, ਭਾਵੇਂ ਆਦੀ ਹੋਵੇ, ਭਾਵੇਂ ਵਿਆਧੀ ਹੋਵੇ, ਭਾਵੇਂ ਉਪਾਧੀ ਹੋਵੇ, ਉਹ ਆਪਣਾ ਝੰਡਾ ਵਿੱਚ ਗੱਡ ਦਿੰਦੇ ਹਨ, ਆਪਣਾ ਰਾਜ ਕਾਇਮ ਕਰ ਦਿੰਦੇ ਹਨ। ਆਪਣੀ ਜੀਵਨ ਦੇ ਉੱਪਰ ਮਨੁੱਖ ਦਾ ਆਪਣਾ ਨਿਸ਼ਾਨ ਨਹੀਂ ਹੁੰਦਾ ਹੈ, ਆਪਣਾ ਰਾਜ ਨਹੀਂ ਹੁੰਦਾ ਹੈ, ਇਹਨਾਂ ਦੁੱਖਾਂ ਦਾ ਰਾਜ ਹੋ ਜਾਂਦਾ ਹੈ, ਦੁੱਖਾਂ ਦਾ ਝੰਡਾ ਗੱਡਿਆ ਜਾਂਦਾ ਹੈ। ਉਹ ਝੰਡਾ ਕਿਵੇਂ ਕੱਟਿਆ ਜਾਵੇ, ਆਪਣਾ ਝੰਡਾ ਜਿਹੜਾ ਹੈ ਸੁੱਖਾਂ ਵਾਲਾ ਉਹ ਕਿਵੇਂ ਲੱਗੇ, ਉਸ ਦਾ ਸਤਿਗੁਰੂ ਪਾਤਸ਼ਾਹ ਜੀ ਨਿਰਣਾ ਕਰਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਕਹਿੰਦੇ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ, ਸਾਡੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਦੁਸ਼ਮਣ ਦਾ ਝੰਡਾ ਕੱਟ ਸਕੀਏ। ਸਤਿਗੁਰੂ ਜੀ ਨੇ ਸਾਡੀ ਸਹਾਇਤਾ ਕੀਤੀ। ਫਿਰ ਕਹਿੰਦੇ ਦੁਸ਼ਮਣ ਦਾ ਨਿਸ਼ਾਨ ਜਿਹੜਾ ਸੀ ਨਾ ਕੱਟਿਆ, ਫਿਰ ਸਾਡਾ ਨਿਸ਼ਾਨ ਜਿਹੜਾ ਸੀ ਨਾ ਸਾਡੇ ਜੀਵਨ ਦੇ ਵਿੱਚ ਲੱਗਿਆ। ਅਨੇਕਾਂ ਹੀ ਪ੍ਰਸੰਗ ਹਨ, ਅਨੇਕਾਂ ਹੀ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਹਨ, ਜਿਨ੍ਹਾਂ ਨੇ ਸਤਿਗੁਰਾਂ ਦੀ ਸਹਾਇਤਾ ਮੰਗੀ, ਸਤਿਗੁਰੂ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ। ਕਿਉਂਕਿ ਪਾਤਸ਼ਾਹ ਜੀ ਦਾ ਇਹ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ, ਤਤ ਕਾਲ ਹੋਏ ਆਵੈ। ਭਾਈ ਕਟਾਰੂ ਜੀ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੂਲ ਰੂਪ ਦੇ ਵਿੱਚ 3 ਉਪਦੇਸ਼ ਬਖਸ਼ਿਸ਼ ਕੀਤੇ ਸਨ, ਜਿਹੜੇ ਗੁਰਮਤ ਦੇ ਮੂਲ ਉਪਦੇਸ਼ ਹਨ। ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ। ਆਖਿਆ ਧਰਮ ਦੀ ਕਿਰਤ ਕਰਨੀ ਹੈ, ਬੇਈਮਾਨੀ ਨਹੀਂ ਕਰਨੀ ਹੈ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ 52 ਬਚਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਬਚਨ ਇਹ ਲਿਖਿਆ, ਕਿਰਤ ਧਰਮ ਦੀ ਕਰਨੀ। ਫਿਰ ਅੱਗੋਂ ਧਰਮ ਦੀ ਯਾਤਰਾ ਸ਼ੁਰੂ ਹੋਵੇਗੀ, ਉਸ ਤੋਂ ਬਿਨਾਂ ਨਹੀਂ ਸ਼ੁਰੂ ਹੋਵੇਗੀ। ਜੇ ਪਾਪ ਦੀ ਕਮਾਈ ਹੈ, ਫਿਰ ਧਰਮ ਦੀ ਯਾਤਰਾ ਨਹੀਂ ਸ਼ੁਰੂ ਹੋਵੇਗੀ। ਦੂਸਰਾ, ਜਿੱਥੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਸਿਮਰਨ ਕਰਨਾ, ਉੱਥੇ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ, ਚੱਲਦਿਆਂ, ਫਿਰਦਿਆਂ ਪਰਮਾਤਮਾ ਦਾ ਸਿਮਰਨ ਕਰਨਾ।
ਤੀਸਰਾ, ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਫਿਰ ਵੰਡ ਕੇ ਛਕਣਾ। ਐਸਾ ਉਪਦੇਸ਼ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਜੋ ਭਾਈ ਕਟਾਰੂ ਜੀ ਨੇ ਆਪਣੇ ਪੱਲੇ ਦੇ ਨਾਲ ਬੰਨ੍ਹ ਲਿਆ, ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ। ਹੁਣ ਭਾਈ ਕਟਾਰੂ ਜੀ ਧਰਮ ਦੀ ਕਿਰਤ ਕਰਦੇ ਹਨ, ਕੋਈ ਹੇਰਾ ਫੇਰੀ ਨਹੀਂ, ਕੋਈ ਬੇਈਮਾਨੀ ਨਹੀਂ। ਕੁਦਰਤੀ ਗੱਲ ਹੈ, ਜਿਹੜਾ ਧਰਮ ਦੇ ਰਸਤੇ ਦੇ ਉੱਪਰ ਚੱਲਦਾ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਸੋਭਾ ਤਾਂ ਹੁੰਦੀ ਹੈ। ਦੂਸਰੀ ਗੱਲ, ਇਹ ਜ਼ਰੂਰੀ ਨਹੀਂ ਵੀ ਜਿਹੜੇ ਸਤਿਪੁਰਸ਼ ਹਨ ਕਿਸੇ ਨੂੰ ਮਾੜਾ ਨਹੀਂ ਆਖਦੇ, ਕਿਸੇ ਦੀ ਨਿੰਦਾ ਨਹੀਂ ਕਰਦੇ ਹਨ, ਕਿਸੇ ਨੂੰ ਨੀਵਾਂ ਨਹੀਂ ਵਿਖਾਉਂਦੇ ਹਨ, ਕਿਸੇ ਦੇ ਨਾਲ ਦੁਸ਼ਮਣੀ ਨਹੀਂ ਕਰਦੇ ਹਨ। ਇਸ ਦਾ ਇਹ ਮਤਲਬ ਨਹੀਂ ਵੀ ਗੁਰਮੁਖਾਂ ਦੇ ਕੋਈ ਦੁਸ਼ਮਣ ਨਹੀਂ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਸ਼ਬਦ ਲਿਖਿਆ ਹੈ, ਬਚਨ ਲਿਖਿਆ ਹੈ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾ ਕਉ, ਆਪੇ ਰਾਖਾ ਸੋਈ। ਕਹਿੰਦੇ ਇਹ ਵੀ ਇੱਕ ਪਰਮਾਤਮਾ ਦੀ ਖੇਡ ਹੈ। ਇੱਕ ਪਾਸੇ ਪਰਮਾਤਮਾ ਸੰਤਾਂ ਦੇ ਉਲਟ ਦੈਂਤਾਂ ਨੂੰ, ਦੁਸ਼ਟਾਂ ਨੂੰ ਖੜਿਆਂ ਕਰ ਦਿੰਦਾ ਹੈ, ਦੂਸਰੇ ਪਾਸੇ ਸੰਤਾਂ ਦੀ ਸਹਾਇਤਾ ਕਰਨ ਵਾਸਤੇ ਆਪ ਅੱਪੜ ਜਾਂਦਾ ਹੈ, ਆਪ ਪਹੁੰਚ ਜਾਂਦਾ ਹੈ। ਇਹ ਵੀ ਇੱਕ ਉਸ ਦੀ ਅਜਬ ਖੇਡ ਹੈ। ਐਪੇ ਦੈਂਤ ਲਾਏ ਦਿੱਤੇ ਸੰਤ ਜਨਾ ਕੋ, ਆਪੇ ਰਾਖਾ ਸੋਈ। ਹੁਣ ਭਾਈ ਕਟਾਰੂ ਜੀ ਦੇ ਜਿਹੜੇ ਮੁਖਾਲਫਤ ਕਰਨ ਵਾਲੇ ਹਨ, ਉਹ ਇੱਕ ਪਾਸੇ ਖੜੇ ਹੋ ਜਾਂਦੇ ਹਨ। ਉਹਨਾਂ ਨੇ ਬੇਈਮਾਨੀ ਕੀਤੀ, ਹੇਰਾ ਫੇਰੀ ਕੀਤੀ, 5 ਪੈਸਿਆਂ ਦੇ ਵੱਟੇ ਦਾ ਵਾਧਾ ਘਾਟਾ ਕਰ ਦਿੱਤਾ ਅਤੇ ਨਾਲ ਹੀ ਸ਼ਿਕਾਇਤ ਲਗਾ ਦਿੱਤੀ ਹਾਕਮ ਦੇ ਕੋਲ ਕਿ ਇਹ ਤਾਂ ਬੇਈਮਾਨੀ ਕਰ ਰਹੇ ਹਨ, ਹੇਰਾ ਫੇਰੀ ਕਰ ਰਹੇ ਹਨ, ਘੱਟ ਤੋਲ ਰਹੇ ਹਨ। ਜਦ ਭਾਈ ਕਟਾਰੂ ਜੀ ਨੂੰ ਪਤਾ ਚੱਲਿਆ, ਆਖਣ ਲੱਗੇ ਵੀ ਮੈਂ ਤਾਂ ਸਹੀ ਰਸਤੇ ਦੇ ਉੱਪਰ ਚੱਲ ਰਿਹਾ ਹਾਂ, ਇਹਨਾਂ ਦੇ ਮਨ ਦੇ ਵਿੱਚ ਭਰਮ ਜ਼ਰੂਰ ਹੋ ਗਿਆ ਹੈ, ਭੁਲੇਖਾ ਜ਼ਰੂਰ ਪੈ ਗਿਆ ਹੈ। ਸਤਿਪੁਰਸ਼ ਹਮੇਸ਼ਾ ਇੱਕ ਰਾਸੀ ਰਹਿੰਦੇ ਹਨ। ਸੰਸਾਰ ਦੇ ਲੋਕਾਂ ਨੂੰ ਜ਼ਰੂਰ ਭ੍ਰਾਂਤੀ ਹੋ ਜਾਂਦੀ ਹੈ, ਭਰਮ ਪੈਦਾ ਹੋ ਜਾਂਦਾ ਹੈ ਵੀ ਸ਼ਾਇਦ ਇਹ ਗਲਤ ਹੋ ਗਏ ਹਨ। ਕਈ ਵਾਰੀ ਸਹੀ ਸਮਝਣ ਲੱਗ ਪੈਂਦੇ ਹਨ, ਕਈ ਵਾਰੀ ਗਲਤ ਸਮਝਣ ਲੱਗ ਪੈਂਦੇ ਹਨ। ਇਹ ਸੰਸਾਰ ਦੇ ਲੋਕਾਂ ਦੀ ਗੱਲ ਹੈ। ਪਰ ਸਤਿਪੁਰਸ਼ ਹਮੇਸ਼ਾ ਇੱਕ ਰਸ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਫਿਰ ਸਿੱਖ ਦਾ ਜਿਹੜਾ ਜੀਵਨ ਹੈ, ਅਸੂਲ ਹੈ, ਮਹਾਰਾਜ ਜੀ ਨੇ ਆਖਿਆ ਸੀ ਵੀ ਕੋਈ ਭੀੜ ਬਣੇ, ਕੋਈ ਮੁਸ਼ਕਲ ਬਣੇ ਤਾਂ ਅਰਦਾਸ ਕਰਨੀ ਹੈ। ਵੱਖ-ਵੱਖ ਤਰ੍ਹਾਂ ਦੇ ਸਾਧਨ ਹਨ ਗੁਰੂ ਘਰ ਦੇ ਵਿੱਚ। ਕੋਈ ਘੰਟਾ 2 ਘੰਟੇ ਸੇਵਾ ਕਰਕੇ ਫਿਰ ਅਰਦਾਸ ਕਰਦਾ ਹੈ। ਸਤਿਗੁਰੂ ਜੀ ਦੇ ਕੋਲੋਂ ਸਹਾਇਤਾ ਮੰਗਣੀ ਹੈ। ਫਿਰ ਸਾਡਾ ਫਰਜ਼ ਬਣਦਾ ਹੈ ਵੀ ਗੁਰੂ ਦੇ ਮਤ ਦੇ ਅਨੁਸਾਰ ਆਪਣਾ ਜੀਵਨ ਜੀਵੀਏ। ਇਹ ਵੀ ਜ਼ਰੂਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤ ਵਰਤ ਏਕ ਟੇਕ ਦੁਬਦਾ ਨਿਵਾਰੀ ਹੈ। ਕਹਿੰਦੇ ਸਿੱਖ ਦਾ ਜੀਵਨ ਸੁਹਾਗਣ ਦੇ ਜੀਵਨ ਵਾਲਾ ਹੁੰਦਾ ਹੈ, ਉਸ ਵਰਗਾ ਹੁੰਦਾ ਹੈ। ਜਿਵੇਂ ਸੁਹਾਗਣ ਸਾਰਿਆਂ ਦਾ ਸਨਮਾਨ ਕਰਦੀ ਹੈ, ਸਾਰਿਆਂ ਦਾ ਸਤਿਕਾਰ ਕਰਦੀ ਹੈ, ਪਰ ਜਿਹੜਾ ਉਸ ਦੇ ਜੀਵਨ ਦੇ ਵਿੱਚ ਅਸਥਾਨ ਆਪਣੇ ਪਤੀ ਵਾਸਤੇ ਹੈ, ਉਹ ਹੋਰ ਕਿਸੇ ਵਾਸਤੇ ਨਹੀਂ। ਸਿੱਖ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ, ਸਤਿਕਾਰ ਕਰਦਾ ਹੈ, ਪਰ ਸਿੱਖ ਦੇ ਦਿਲ ਦੀ ਗਹਿਰਾਈ ਦੇ ਵਿੱਚ ਜਿਹੜਾ ਸਨਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ, ਉਹ ਹੋਰ ਕਿਸੇ ਦਾ ਨਹੀਂ।
गुर सिख संगत मिलाप को प्रताप ऐसो, पत बरत एक टेक दुबदा निवारी है। पूछत न ज्योतक अवेद थित वार कश, ग्रह और नक्षत्र की न शंका उरधारी है। कहते होवे गुरु दा सिख, गल दे विच पाई होए किरपान, तुरिया फिरे ज्योतिषियां दे कोल, पांदियां दे कोल, ਇਹ ਤਾਂ बड़ी शर्म वाली गल है। गुरु दे विच विश्वास रखना चाहिदा है, भरोसा रखना चाहिदा है। इन्हां विचारां दे विच फसिया रवे। अज मंगलवार है जी, अज वीरवार है जी, अज शनिवार है, इन्हां चक्करां विच ही फसिया रवे। महाराज कहंदे, भाई गुरदास साहब जी कहंदे, ਇਹ सिक्खी नहीं है। गुरसिख संगत मिलाप को प्रताप ऐसो, पत बरत एक टेक दुबदा निवारी है। पूछत न ज्योतक अवेद थित वार कश, ग्रह और नक्षत्र की न शंका उरधारी है। जानत न सगन लगन आन देव सेव, शब्द सुरत लिव निहो निरंकारी है। सिख संत बालक श्री गुरु प्रतपालक होए, जीवन मुक्त गत ब्रह्म विचारी है। कहते जे सिख बालक हो जाता है, सतगुर उसके प्रतपालक हो जाते हैं। इस करके सतगुरु पातशाह महाराज जी जग्यासु रूप हो के सानू समझा रहे हैं। जिवें जिवें महाराज जी बख्शिश कर रहे हैं, आओ लड़ीवार ਆਪਾਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। मेरा लागो राम स्यों हेत। ਧਨਾਸਰੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੇਰਾ ਉਸ ਰਮੇ ਹੋਏ ਰਾਮ, ਜਿਸ ਦਾ ਘਟ ਘਟ ਦੇ ਵਿੱਚ ਵਾਸਾ ਹੈ, ਜੋ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ, ਜੋ ਸਾਰੇ ਪਾਸੇ ਵਿਆਪਕ ਹੈ। ਉਸ ਰਾਮ ਦੇ ਨਾਲ, ਉਸ ਪਰਮਾਤਮਾ ਦੇ ਨਾਲ, ਉਸ ਵਾਹਿਗੁਰੂ ਜੀ ਦੇ ਨਾਲ ਮੇਰਾ ਪ੍ਰੇਮ ਲੱਗ ਗਿਆ ਹੈ, ਹਿੱਤ ਲੱਗ ਗਿਆ ਹੈ, ਉਸ ਦੇ ਨਾਲ ਮੇਰਾ ਪਿਆਰ ਪੈ ਗਿਆ ਹੈ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ। ਮਹਾਰਾਜ ਕਹਿੰਦੇ ਸਤਿਗੁਰੂ ਮੇਰਾ ਸਦਾ ਹੀ ਸਹਾਈ ਹੈ, ਮੇਰੀ ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਜਿੱਥੇ ਮਰਜੀ ਸੇਵਕ ਹੋਵੇ, ਸਤਿਗੁਰੂ ਨੂੰ ਯਾਦ ਕਰੇ, ਸਤਿਗੁਰੂ ਉਸ ਦੀ ਸਹਾਇਤਾ ਕਰਦੇ ਹਨ। ਭਾਈ ਤਰਲੋਕਾ ਜੀ ਦੀ ਸਹਾਇਤਾ ਕੀਤੀ, ਕਾਠ ਦੀ ਕਿਰਪਾਨ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੋਹੇ ਦੀ ਕਿਰਪਾਨ ਰੂਪ ਦੇ ਵਿੱਚ ਉਹ ਸਾਰੀ ਕਲਾ ਵਰਤਾ ਦਿੱਤੀ। ਮੱਖਣ ਸ਼ਾਹ ਲੁਬਾਣੇ ਦੀ ਸਹਾਇਤਾ ਕੀਤੀ। ਬਰੇਤੀ ਦੇ ਵਿੱਚ ਜਹਾਜ਼ ਫਸਿਆ ਸੀ। ਭਾਵ ਕਿ ਸਤਿਗੁਰੂ ਜਿੱਥੇ ਵੀ ਗੁਰਸਿੱਖ ਸਤਿਗੁਰੂ ਜੀ ਨੂੰ ਯਾਦ ਕਰਦਾ ਹੈ, ਸਤਿਗੁਰੂ ਉੱਥੇ ਸਹਾਇਤਾ ਕਰਨ ਦੇ ਵਿੱਚ ਸਮਰੱਥ ਹਨ। ਜਿੱਥੇ ਹੋਰ ਕੋਈ ਭੈਣ ਭਰਾ, ਸਾਕ ਸੰਬੰਧੀ, ਰਿਸ਼ਤੇਦਾਰ ਸਹਾਇਤਾ ਕਰਨ ਦੇ ਵਿੱਚ ਸਮਰੱਥ ਨਹੀਂ ਹੋ ਸਕਦਾ, ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ। ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸਤਿਗੁਰੂ ਉੱਥੇ ਹੀ ਸਹਾਇਤਾ ਕਰਦੇ ਹਨ, ਉੱਥੇ ਹੀ ਅੱਪੜ ਜਾਂਦੇ ਹਨ। ਰਹਾਉ ਹਾਥ ਦੇ ਰਾਖਿਓ ਆਪਣਾ ਕਾਰ,
ਬਿਰਥਾ ਸਗਲ ਮਿਟਾਈ। ਜਿਨ ਦੁੱਖ ਕਾ ਕਾਟਿਆ ਕੇਤ, ਜਿਸ ਸਤਿਗੁਰੂ ਜੀ ਨੇ ਕਹਿੰਦੇ ਦੁੱਖਾਂ ਵਾਲਾ ਜਿਹੜਾ ਨਿਸ਼ਾਨ ਸੀ, ਝੰਡਾ ਸੀ, ਉਹ ਕੱਟ ਦਿੱਤਾ ਹੈ। ਕਿਉਂਕਿ ਨਾਲ ਦੀ ਨਾਲ ਇਹ ਸ਼ਬਦ ਪਰਥਾਏ ਸਾਖੀ ਵੀ ਹਨ। ਗੁਰੂ ਘਰ ਦੇ ਵਿੱਚ ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਉੱਪਰ ਚੇਚਕ ਦਾ ਹਮਲਾ ਹੁੰਦਾ ਹੈ, ਅਰਦਾਸ ਕਰਦੇ ਹਨ, ਗੁਰੂ ਪਰਮੇਸ਼ਰ ਸਹਾਇਤਾ ਕਰਦੇ ਹਨ, ਰਹਿਮਤ ਕਰਦੇ ਹਨ। ਫਿਰ ਸ਼ੁਕਰਾਨੇ ਵਜੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਹੀ ਸ਼ਬਦ ਉਚਾਰਨ ਕੀਤੇ, ਜਿਸ ਤਰ੍ਹਾਂ ਜ਼ਿਕਰ ਹੈ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ, ਸੀਤਲਾ ਤੇ ਰਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਜਦ ਤਾਪ ਦਾ ਹਮਲਾ ਹੁੰਦਾ ਹੈ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਰੀਰ ਦੇ ਉੱਪਰ, ਉਸ ਵਕਤ ਵੀ ਅਰਦਾਸ ਕਰਦੇ ਹਨ, ਮਹਾਰਾਜ ਸਹਾਇਤਾ ਕਰਦੇ ਹਨ ਗੁਰੂ ਨਾਨਕ ਸਾਹਿਬ। ਫਿਰ ਸ਼ੁਕਰਾਨੇ ਵਜੋਂ ਫਰਮਾਉਂਦੇ ਹਨ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਕਹਿੰਦੇ ਜਿੱਥੇ ਸਾਡੇ ਜੀਵਨ ਦੇ ਵਿੱਚ ਇਹ ਦੁੱਖਾਂ ਦਾ ਨਿਸ਼ਾਨ ਝੁੱਲ ਰਿਹਾ ਸੀ, ਦੁੱਖਾਂ ਨੇ ਆਪਣਾ ਰਾਜ ਕਾਇਮ ਕੀਤਾ ਹੋਇਆ ਸੀ। ਨਿਸ਼ਾਨ ਦਾ ਭਾਵ ਹੁੰਦਾ ਹੈ ਰਾਜ। ਜਿਹਦਾ ਨਿਸ਼ਾਨ ਝੁੱਲਦਾ ਹੋਵੇ ਉਹਦਾ ਹੀ ਰਾਜ ਹੁੰਦਾ ਹੈ। ਕਹਿੰਦੇ ਪਹਿਲਾਂ ਦੁੱਖਾਂ ਵਾਲਾ ਝੰਡਾ ਝੁੱਲ ਰਿਹਾ ਸੀ, ਉਹ ਸਤਿਗੁਰੂ ਜੀ ਨੇ ਮੇਰੀ ਸਹਾਇਤਾ ਕਰਕੇ ਉਸ ਨੂੰ ਕੱਟ ਦਿੱਤਾ ਹੈ। ਜਿਨ ਦੁੱਖ ਕਾ ਕਾਟਿਆ ਕੇਤ, ਹੁਣ ਕਹਿੰਦੇ ਇਹ ਸੁੱਖਾਂ ਵਾਲਾ ਜਿਹੜਾ ਨਿਸ਼ਾਨ ਹੈ ਨਾ, ਇਹ ਸਤਿਗੁਰੂ ਜੀ ਨੇ ਝੁਲਾ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਾਥ ਦੇ ਰਾਖਿਓ ਆਪਣਾ ਕਾਰ, ਬਿਰਥਾ ਸਗਲ ਮਿਟਾਈ। ਸਤਿਗੁਰੂ ਜੀ ਨੇ ਆਪਣਾ ਜਾਣ ਕੇ ਹੱਥ ਦੇ ਕੇ ਕਹਿੰਦੇ ਰੱਖਿਆ ਕੀਤੀ, ਬਚਾਇਆ ਹੈ। ਬਿਰਥਾ ਤੋਂ ਭਾਵ ਹੈ ਪੀੜਾ, ਹਰ ਪ੍ਰਕਾਰ ਦੀ ਪੀੜਾ ਸਤਿਗੁਰੂ ਜੀ ਨੇ ਰਹਿਮਤ ਕਰਕੇ ਮਿਟਾ ਦਿੱਤੀ ਹੈ। ਬੰਦਾ ਜਿੰਨਾ ਮਰਜੀ ਚਾਰੇ ਪਾਸਿਓਂ ਤੋਂ ਤਾਕਤਵਰ ਹੋਵੇ, ਪਰ ਫਿਰ ਵੀ ਦੁੱਖਾਂ ਦੇ ਨਾਲ ਲੜਨ ਦੇ ਵਿੱਚ ਸਮਰੱਥ ਨਹੀਂ ਹੁੰਦਾ, ਦੁਸ਼ਮਣ ਦੇ ਨਾਲ ਲੜਨ ਦੇ ਵਿੱਚ ਸਮਰੱਥ ਨਹੀਂ ਹੁੰਦਾ। ਸਹਾਇਤਾ ਦੀ ਲੋੜ ਹੁੰਦੀ ਹੈ। ਬਹਾਦਰ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਨਾ, ਮਹਾਰਾਜ ਭਾਵੇਂ ਮੇਰੇ ਕੋਲ ਬਹੁਤ ਸਾਰੀ ਫੌਜ ਹੈ, ਹਾਥੀ ਘੋੜੇ ਹਨ, ਤੋਪਾਂ ਹਨ, ਸੈਨਾ ਹੈ, ਪਰ ਮੈਨੂੰ ਪਤਾ ਹੈ ਵੀ ਤੁਹਾਡੀ ਸਹਾਇਤਾ ਤੋਂ ਬਗੈਰ ਮੇਰੀ ਖੇਡ ਨਹੀਂ ਬਣ ਸਕਦੀ, ਮੈਨੂੰ ਰਾਜ ਨਹੀਂ ਮਿਲ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਹਾਇਤਾ ਕੀਤੀ ਨਾ, ਉਸ ਨੂੰ ਰਾਜ ਦਿਵਾਇਆ। ਜਦ ਆਗਰੇ ਤਖਤ ਦੇ ਉੱਪਰ ਬੈਠਦਾ ਫਿਰ ਇਹ ਸ਼ਬਦ ਦੁਹਰਾਉਂਦਾ ਹੈ। ਇਤਿਹਾਸਕਾਰਾਂ ਨੇ ਲਿਖੇ ਹਨ, ਮਹਾਰਾਜ ਭਾਵੇਂ ਮੇਰੇ ਕੋਲ ਹਾਥੀ ਘੋੜੇ ਸਨ, ਸੈਨਾ ਸੀ, ਫੌਜਾਂ ਸਨ, ਤੋਪਾਂ ਸਨ, ਪਰ ਤੁਹਾਡੀ ਸਹਾਇਤਾ ਤੋਂ ਬਗੈਰ ਮੈਂ ਰਾਜ ਤੇ ਨਹੀਂ ਬੈਠ ਸਕਦਾ ਸੀ। ਤੁਸੀਂ ਸਹਾਇਤਾ ਕੀਤੀ ਤਾਂ ਮੈਨੂੰ ਤਖਤ ਮਿਲਿਆ ਹੈ। ਇਹ ਸਚਾਈ ਹੈ। ਜਦ ਤੱਕ ਸਤਿਗੁਰੂ ਕਿਸੇ ਦੀ ਸਹਾਇਤਾ ਨਹੀਂ ਨਾ ਕਰਦੇ ਹਨ, ਉਦੋਂ ਤੱਕ ਕਿਸੇ ਨੂੰ ਕਾਮਯਾਬੀ ਨਹੀਂ ਮਿਲਦੀ ਹੈ। ਕਹਿੰਦੇ ਸਤਿਗੁਰੂ ਮੇਰਾ ਸਦਾ ਸਹਾਈ, ਸਦਾ ਹੀ ਸਤਿਗੁਰੂ ਮੇਰੀ ਸਹਾਇਤਾ ਕਰਨ ਵਾਲੇ ਹਨ, ਤਾਂ ਕਾਮਯਾਬੀਆਂ ਮਿਲਦੀਆਂ ਹਨ, ਤਾਂ ਬੁਲੰਦੀਆਂ ਮਿਲਦੀਆਂ ਹਨ। ਜਿਨ੍ਹਾਂ ਨੇ ਦੁੱਖਾਂ ਵਾਲਾ ਨਿਸ਼ਾਨ ਕੱਟ ਦਿੱਤਾ, ਸੁੱਖਾਂ ਦਾ ਝੰਡਾ ਝੁਲਾ ਦਿੱਤਾ, ਆਪਣਾ ਜਾਣ ਕੇ ਹੱਥ ਦੇ ਕੇ ਰੱਖਿਆ, ਸਾਰੀ ਪੀੜਾ ਜਿਹੜੀ ਸੀ ਨਾ ਸਤਿਗੁਰੂ ਜੀ ਨੇ ਮਿਟਾ ਦਿੱਤੀ ਹੈ, ਦੂਰ ਕਰ ਦਿੱਤੀ। ਨਿੰਦਕ ਕੇ ਮੁਖ ਕਾਲੇ ਕੀਨੇ,
ਜਨ ਕਾ ਆਪ ਸਹਾਈ। ਮਹਾਰਾਜ ਕਹਿੰਦੇ ਜਿਹੜੇ ਸਾਡੇ ਨਿੰਦਕ ਸਨ, ਦੋਖੀ ਸਨ, ਉਹਨਾਂ ਦੇ ਸਤਿਗੁਰੂ ਜੀ ਨੇ ਮੁਖ ਕਾਲੇ ਕਰ ਦਿੱਤੇ, ਕਿਉਂਕਿ ਦੋਖੀਆਂ ਦੇ, ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ, ਇੱਥੇ ਵੀ, ਉੱਥੇ ਵੀ, ਲੋਕ ਵਿੱਚ ਵੀ, ਪਰਲੋਕ ਵਿੱਚ ਵੀ। ਭਾਵ ਉਹ ਸਿਰ 'ਚ ਚੁੱਕ ਕੇ ਸੰਸਾਰ ਦੇ ਵਿੱਚ ਵਿਚਰਨ ਜੋਗੇ ਨਹੀਂ ਹੁੰਦੇ ਹਨ, ਜੀਣ ਜੋਗੇ ਨਹੀਂ ਹੁੰਦੇ ਹਨ। ਇੱਕ ਪ੍ਰਤੀਕ ਵਜੋਂ ਵੀ ਵਰਤਿਆ ਹੈ, ਪ੍ਰਤੱਖ ਰੂਪ ਵਿੱਚ ਵੀ ਮੂੰਹ ਕਾਲਾ ਹੁੰਦਾ ਹੈ, ਇੱਕ ਪ੍ਰਤੀਕ ਵੀ ਵਰਤਿਆ ਹੈ। ਜਿਵੇਂ ਜਿਹਦਾ ਮੂੰਹ ਕਾਲਾ ਹੋਵੇ, ਮੂੰਹ ਉੱਚਾ ਨਹੀਂ ਨਾ ਕਰ ਸਕਦਾ, ਇਸੇ ਤਰ੍ਹਾਂ ਜਿਹੜੇ ਬੰਦੇ ਦੀ ਬੇਇੱਜ਼ਤੀ ਹੋ ਜਾਵੇ, ਜਿਹੜਾ ਬੰਦਾ ਧਰਮ ਤੋਂ ਹਾਰ ਜਾਵੇ, ਉਹ ਮੂੰਹ ਉੱਚਾ ਨਹੀਂ ਕਰ ਸਕਦਾ ਸੰਸਾਰ ਦੇ, ਉਸਨੂੰ ਮੂੰਹ ਨੀਵਾਂ ਕਰਨਾ ਪੈਂਦਾ ਹੈ, ਫੇਰ ਚੱਲਣਾ ਪੈਂਦਾ ਹੈ। ਕਹਿੰਦੇ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਰਹਿਮਤ ਕੀਤੀ, ਜਿਹੜੇ ਦੋਖੀ ਸਨ, ਨਿੰਦਕ ਸਨ, ਉਹ ਹੁਣ ਮੂੰਹ ਉੱਚਾ ਨਹੀਂ ਕਰਦੇ ਹਨ। ਪ੍ਰਤੀਕ ਵਜੋਂ ਸ਼ਬਦ ਵਰਤਦੇ ਹਨ ਕਿ ਮਾਨੋ ਪਾਤਸ਼ਾਹ ਜੀ ਨੇ ਉਹਨਾਂ ਦੇ ਮੂੰਹ ਕਾਲੇ ਕਰ ਦਿੱਤੇ ਹਨ। ਅਹੰਕਾਰੀਆਂ, ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀਆਂ ਨੂੰ ਹਮੇਸ਼ਾ ਪਿੱਠ ਮਿਲਦੀ ਹੈ, ਨਿੰਦਕਾਂ ਨੂੰ। ਇਸ ਕਰਕੇ ਕਹਿੰਦੇ ਆਪਣੇ ਸੇਵਕਾਂ ਦੀ ਮਾਲਕ ਆਪ ਸਹਾਇਤਾ ਕਰਦੇ ਹਨ। ਸਾਚਾ ਸਾਹਿਬ ਹੋਵਾ ਰਖਵਾਲਾ, ਰਾਖ ਲਿਏ ਕੰਠ ਲਾਏ। ਉਹ ਸੱਚਾ ਸਾਹਿਬ ਜੋ ਤਿੰਨ ਕਾਲ ਸੱਚਾ ਹੈ, ਵਾਹਿਗੁਰੂ ਪਰਮੇਸ਼ਰ ਕਹਿੰਦੇ ਆਪਣੇ ਸੇਵਕਾਂ ਦਾ ਹਮੇਸ਼ਾ ਹੀ ਰਖਵਾਲਾ ਬਣਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ। ਆਪਣੇ ਸੇਵਕਾਂ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਰੱਖਦਾ ਹੈ, ਆਪਣੇ ਗਲੇ ਦੇ ਨਾਲ ਲਾ ਕੇ ਰੱਖਦਾ ਹੈ, ਕਦੇ ਵੀ ਆਪਣੇ ਤੋਂ ਦੂਰ ਨਹੀਂ ਹੋਣ ਦਿੰਦਾ ਹੈ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਇਸ ਤਰ੍ਹਾਂ ਜਿਹੜੇ ਮਾਲਕ ਦੇ ਸੇਵਕ ਹਨ, ਉਹ ਕਹਿੰਦੇ ਮਾਲਕ ਦੇ ਗੁਣ ਸਦਾ ਵਾਸਤੇ ਗਾਉਂਦੇ ਰਹਿੰਦੇ ਹਨ। ਗੁਣ ਗਾ ਗਾ ਕੇ ਕਹਿੰਦੇ ਫਿਰ ਉਹ ਨਿਰਭਉ ਹੋ ਜਾਂਦੇ ਹਨ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਰਹਿ ਜਾਂਦਾ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਪਾਪ ਹੀ ਕੋਈ ਨਹੀਂ ਕਰਨਾ, ਫਿਰ ਡਰਨਾ ਕਿਹੜੀ ਗੱਲੋਂ ਹੈ। ਸੋ ਡਰੈ ਜੇ ਪਾਪ ਕਮਾਵੰਦਾ। ਪਾਪੀ ਲੋਕ ਡਰਦੇ ਫਿਰਦੇ ਹਨ, ਜਿਹਨੇ ਪਾਪ ਹੀ ਕੋਈ ਨਹੀਂ ਕਰਨਾ ਸਤਿਗੁਰ ਦੀ ਮਿਹਰ ਨਾਲ, ਉਹਨੇ ਡਰਨਾ ਕਿਹੜੀ ਗੱਲੋਂ ਹੈ ਫਿਰ। ਸੋ ਡਰੈ ਜੇ ਪਾਪ ਕਮਾਵੰਦਾ, ਧਰਮੀ ਵਿਗਸੇਤ। ਜਿਹੜੇ ਧਰਮੀ ਪੁਰਸ਼ ਹੁੰਦੇ ਹਨ, ਉਹਨਾਂ ਦੇ ਚਿਹਰੇ ਤੇ ਹਮੇਸ਼ਾ ਵਿਗਾਸ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਆਓ ਜੋ ਲੜੀਵਾਰ ਸ਼ਬਦ ਹੈ, ਪਾਤਸ਼ਾਹ ਮਹਾਰਾਜ ਜਿਵੇਂ ਆਪਾਂ ਨੂੰ ਲੜੀਵਾਰ ਸ਼ਬਦ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਆਖਰੀ ਅਰਥ ਹਨ ਆਪਾਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮਾਵਸਿਆ ਚੰਦ ਗੁਪਤ ਗੈਨਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਥਿੱਤਾਂ ਦੁਆਰਾ ਆਪਾਂ ਨੂੰ ਸਿੱਖਿਆ ਦੇ ਰਹੇ ਹਨ। ਜਿੱਥੇ ਪਿੱਛੇ ਆਪਾਂ 14 ਥਿੱਤਾਂ ਦੁਆਰਾ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕੀਤਾ ਹੈ, ਗ੍ਰਹਿਣ ਕੀਤਾ ਹੈ। ਕਿਉਂਕਿ ਪੂਰਨਮਾਸ਼ੀ ਤੋਂ ਲੈ ਕੇ ਅਮਾਵਸ ਤੱਕ, ਮੱਸਿਆ ਤੱਕ 15 ਥਿੱਤਾਂ ਬਣਦੀਆਂ ਹਨ। ਪਿੱਛੇ 14 ਥਿੱਤਾਂ ਦਾ ਜ਼ਿਕਰ ਹੋ ਚੁੱਕਾ ਹੈ। ਅਮਾਵਸ ਦੀ ਥਿੱਤ 15ਵੀਂ ਥਿੱਤ ਹੈ। ਔਰ ਜਿਸ ਤਰ੍ਹਾਂ ਸਾਧ ਸੰਗਤ ਜੀ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਚੰਦਰਮਾ ਜਿਹੜਾ ਹੈ ਨਾ, ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਸਹਿਜੇ ਸਹਿਜੇ ਉਸ ਦੀ ਕਲਾ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਮੱਸਿਆ ਵਾਲੇ ਦਿਨ ਪੂਰਨ ਰੂਪ ਦੇ ਵਿੱਚ ਅਲੋਪ ਹੋ ਜਾਂਦਾ ਹੈ। ਆਪਾਂ ਕਹਿ ਦਿੰਦੇ ਹਾਂ ਮੱਸਿਆ ਦੀ ਰਾਤ, ਭਾਵ ਕਾਲੀ ਬੋਲੀ ਰਾਤ।
ਮਹਾਰਾਜ ਜੀ ਸਮਝਾ ਰਹੇ ਹਨ, ਅਮਾਵਸ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਅਮਾਵਸ ਵਾਲੀ ਰਾਤ ਜਿਹੜਾ ਚੰਦਰਮਾ ਹੈ ਉਹ ਗਹਿਣਾਰ ਆਕਾਸ਼ ਦੇ ਵਿੱਚ ਅਲੋਪ ਹੋ ਜਾਂਦਾ ਹੈ, ਆਕਾਸ਼ ਦੇ ਵਿੱਚ ਗੁਪਤ ਹੋ ਜਾਂਦਾ ਹੈ। ਬੁੱਝੋ ਗਿਆਨੀ ਸ਼ਬਦ ਵਿਚਾਰ। ਮਹਾਰਾਜ ਜੀ ਸਿੱਖਿਆ ਦਿੰਦੇ ਹਨ ਕਿ ਐ ਗਿਆਨਵਾਨੋ, ਐ ਗਿਆਨੀ ਜਨੋ, ਇਸ ਵਿਚਾਰ ਨੂੰ ਸਮਝਣਾ ਕਰੋ, ਇਸ ਵਿਚਾਰ ਨੂੰ ਬੁੱਝਣਾ ਕਰੋ। ਕਿਉਂਕਿ ਕਈ ਵਾਰੀ ਤਾਂ ਮਹਾਰਾਜ ਜੀ ਨੇ ਔਖੇ ਤੋਂ ਔਖੀਆਂ ਰਮਜਾਂ ਵੀ ਖੋਲ ਕੇ ਰੱਖ ਦਿੱਤੀਆਂ ਹਨ, ਪਰ ਕਈ ਵਾਰੀ ਕਿਹਾ ਵੀ ਬੁੱਝੋ ਇਹਨੂੰ, ਕਈ ਵਾਰੀ ਸਵਾਲ ਰੱਖੇ ਹਨ। ਭਾਵ ਮਨਮੁਖ ਦਾ ਜਿਹੜਾ ਜੀਵਨ ਹੁੰਦਾ ਹੈ ਉਹਦੇ ਜੀਵਨ ਦੇ ਵਿੱਚੋਂ ਇੱਕ ਇੱਕ ਗੁਣ ਕਰਕੇ ਘਟਦੇ ਜਾਂਦੇ ਹਨ, ਘਟਦੇ ਜਾਂਦੇ ਹਨ, ਘਟਦੇ ਜਾਂਦੇ ਹਨ। ਇੱਕ ਦਿਨ ਮੱਸਿਆ ਦੀ ਰਾਤ ਦੀ ਤਰ੍ਹਾਂ ਉਹਦੇ ਜੀਵਨ ਦੇ ਵਿੱਚ ਪੂਰਾ ਹੀ ਹਨੇਰਾ ਹੋ ਜਾਂਦਾ ਹੈ। ਗੁਰਮੁਖ ਦੇ ਜੀਵਨ ਦੇ ਵਿੱਚੋਂ ਔਗਣ ਘਟਦੇ ਜਾਂਦੇ ਹਨ, ਇੱਕ ਇੱਕ ਕਰਕੇ ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ। ਇੱਕ ਦਿਨ ਐਸਾ ਆਉਂਦਾ ਹੈ ਜਦ ਮੱਸਿਆ ਦੀ ਰਾਤ ਦੀ ਤਰ੍ਹਾਂ ਔਗਣ ਪੂਰੇ ਹੀ ਖਤਮ ਹੋ ਜਾਂਦੇ ਹਨ, ਘਟ ਜਾਂਦੇ ਹਨ। ਮਹਾਰਾਜ ਜੀ ਐਸੀ ਵਿਚਾਰ ਦੱਸ ਰਹੇ ਹਨ ਕਿ ਜਿਵੇਂ ਆਕਾਸ਼ ਦੇ ਵਿੱਚੋਂ ਚੰਦਰਮਾ ਗਰੂਬ ਹੋ ਜਾਂਦਾ ਹੈ, ਮਨਮੁਖ ਦੇ ਜੀਵਨ ਦੇ ਵਿੱਚੋਂ ਗੁਣ ਖਤਮ ਹੋ ਜਾਂਦੇ ਹਨ, ਗੁਰਮੁਖ ਦੇ ਜੀਵਨ ਦੇ ਵਿੱਚੋਂ ਔਗਣ ਮੁੱਕ ਜਾਂਦੇ ਹਨ। ਸਸਿਅਰ ਗਗਨ ਜੋਤ ਤਿਹੁ ਲੋਈ। ਸਸਿਅਰ ਜੋ ਕਹਿੰਦੇ ਚੰਦਰਮਾ ਹੈ, ਭਾਵੇਂ ਆਕਾਸ਼ ਦੇ ਵਿੱਚ ਹੈ, ਤਿੰਨਾਂ ਲੋਕਾਂ ਦੇ ਵਿੱਚ, ਭਾਵ ਸਾਰੇ ਪਾਸੇ ਉਸ ਦਾ ਹੀ ਰੌਸ਼ਨੀ ਹੈ, ਉਸ ਦਾ ਪ੍ਰਕਾਸ਼ ਹੈ, ਉਸ ਨੂੰ ਵਿਆਪਕ ਮੰਨਿਆ ਗਿਆ ਹੈ। ਕਰ ਕਰ ਵੇਖੈ ਕਰਤਾ ਸੋਈ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਪਾਸੇ ਵਿਆਪਕ ਹੈ, ਕਰ ਕਰਕੇ ਜੀਵਾਂ ਨੂੰ ਬਣਾ ਬਣਾ ਕੇ ਆਪ ਹੀ ਫਿਰ ਸਾਰਾ ਕੁਝ ਵੇਖ ਰਿਹਾ ਹੈ। ਸਾਧ ਸੰਗਤ ਜੀ, ਰਾਜਸਥਾਨ ਦੇ ਵਿੱਚ ਇੱਕ ਇਲਾਕਾ ਹੈ ਜਿਸ ਨੂੰ ਗਗਰਾਉਨ ਆਖਿਆ ਜਾਂਦਾ ਹੈ। ਉੱਥੋਂ ਦੇ ਹੋਏ ਹਨ ਭਗਤ ਪੀਪਾ ਜੀ, ਜਿਨ੍ਹਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਸ਼ਬਦ ਹੈ। ਪਹਿਲਾਂ ਦੇਵੀ ਦੇ ਉਪਾਸ਼ਕ ਸਨ, ਪਰ ਜਦ ਸਾਧੂ ਸੰਤਾਂ ਦੀ ਸੰਗਤ ਹੋਈ, ਨਾਮ ਰਸੀਆਂ ਦੀ, ਰੰਗ ਰਤੜਿਆਂ ਦੀ ਸੰਗਤ ਹੋਈ, ਮਨ ਦੇ ਵਿੱਚ ਭਗਤੀ ਦਾ ਸ਼ੌਂਕ ਪੈਦਾ ਹੋਇਆ। ਉਹਨਾਂ ਨੂੰ ਆਖਣ ਲੱਗੇ, ਮੈਨੂੰ ਆਪਣਾ ਮੁਰੀਦ ਬਣਾ ਲਓ। ਸਾਧੂ ਜਨ ਜਿਹੜੇ ਸਨ ਆਖਣ ਲੱਗੇ, ਅਸੀਂ ਅਜੇ ਆਪਣੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਰਹੇ ਹਾਂ, ਅਸੀਂ ਅਜੇ ਮੁਰਸ਼ਿਦ ਬਣਨ ਦੇ ਯੋਗ ਨਹੀਂ। ਜੇ ਮੁਰਸ਼ਿਦ ਬਣਾਉਣਾ ਹੈ, ਬਨਾਰਸ ਦੇ ਵਿੱਚ ਰਾਮਾਨੰਦ ਜੀ ਹਨ ਜਿਹੜੇ ਪੂਰਨ ਮਹਾਂਪੁਰਸ਼ ਹਨ, ਉਹਨਾਂ ਨੂੰ ਆਪਣਾ ਮੁਰਸ਼ਿਦ ਬਣਾਓ। ਰਾਜਾ ਪੀਪਾ ਜੀ ਜਿਹੜੇ ਸਨ ਉਹ ਗਏ ਹਨ ਆਪਣਾ ਲਾਓ ਲਸ਼ਕਰ ਨਾਲ ਲੈ ਕੇ। ਉਧਰੋਂ ਰਾਮਾਨੰਦ ਜੀ ਨੂੰ ਵੀ ਪਤਾ ਲੱਗ ਗਿਆ, ਭਗਤ ਰਾਮਾਨੰਦ ਜੀ ਵੀ, ਉਹਨਾਂ ਦੀ ਵੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਦਰਵਾਜ਼ੇ ਦੇ ਵਿੱਚ ਇੱਕ ਪਹਿਰੇਦਾਰ ਖੜਾ ਕਰ ਦਿੱਤਾ। ਜਦ ਗਏ ਹਨ, ਜਾ ਕੇ ਆਖਿਆ ਵੀ ਮੈਂ ਰਾਮਾਨੰਦ ਜੀ ਦੇ ਦਰਸ਼ਨ ਕਰਨੇ ਹਨ। ਪਹਿਰੇਦਾਰ ਨੇ ਜਾ ਕੇ ਰਾਮਾਨੰਦ ਜੀ ਦੇ ਕੋਲੋਂ ਅੰਦਰੋਂ ਕੁਟੀਆ ਦੇ ਵਿੱਚੋਂ ਪੁੱਛਿਆ, ਵੀ ਆਖਣ ਲੱਗੇ ਵੀ ਕੌਣ ਹੈ? ਰਾਜਾ ਪੀਪਾ ਜੀ ਨੇ ਆਖਿਆ ਕਿ ਮੈਂ ਗਗਨੌਰ ਦਾ ਰਾਜਾ ਪੀਪਾ ਹਾਂ। ਜੋ ਤਤ ਬੇਤੇ ਪੂਰਨ ਮਹਾਂਪੁਰਸ਼ ਹੋਇਆ ਕਰਦੇ ਹਨ, ਉਹਨਾਂ ਵਾਸਤੇ ਰਾਜਾ ਅਤੇ ਰੰਕ ਇੱਕ ਬਰਾਬਰ ਹੁੰਦਾ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਵੀ ਇਹੀ ਹੈ, ਰਾਜਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਹਨਾਂ ਵਾਸਤੇ ਕੀ ਫਰਕ ਹੈ?
ਰਾਮਾਨੰਦ ਜੀ ਆਖਣ ਲੱਗੇ, ਸਾਨੂੰ ਰਾਜਿਆਂ ਦੇ ਨਾਲ ਕੀ ਕੰਮ ਹੈ, ਆਗਿਆ ਨਹੀਂ ਹੈ ਅੰਦਰ ਆਉਣ ਦੀ। ਬਾਹਰ ਜਾ ਕੇ ਸੇਵਾਦਾਰ ਨੇ ਦੱਸਿਆ, ਕਹਿੰਦੇ ਰਾਜਾ ਜਿਹੜਾ ਸੀ ਨਾ ਪੀਪਾ, ਉਸੇ ਵਕਤ ਹੀ ਇਸ਼ਾਰਾ ਸਮਝ ਗਿਆ। ਜਿੰਨਾ ਧਨ ਦੌਲਤ ਲਾਓ ਲਸ਼ਕਰ ਹਾਥੀ ਘੋੜੇ ਸਨ, ਸਭ ਦਾਨ ਕਰ ਦਿੱਤੇ। ਸੇਵਾਦਾਰ ਨੂੰ ਆਖਣ ਲੱਗਾ, ਹੁਣ ਰਾਮਾਨੰਦ ਜੀ ਨੂੰ ਜਾ ਕੇ ਕਹੋ, ਹੁਣ ਰਾਜਾ ਪੀਪਾ ਨਹੀਂ, ਹੁਣ ਕੇਵਲ ਪੀਪਾ ਖੜਾ ਹੈ ਤੁਹਾਡੇ ਦਰਵਾਜ਼ੇ ਦੇ ਉੱਪਰ। ਵਾਕਿਆ ਹੀ ਜਿਹੜਾ ਪੀਪੇ ਦੀ ਤਰ੍ਹਾਂ ਖਾਲੀ ਹੋ ਜਾਂਦਾ ਹੈ ਨਾ, ਉਸੇ ਨੂੰ ਹੀ ਪਾਤਸ਼ਾਹ ਦੇ ਘਰ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਹਉਮੈ ਦਾ ਅਤੇ ਨਾਮ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ। ਜੇ ਹਉਮੈ ਹੈ, ਨਾਮ ਦਾ ਵਾਸਾ ਨਹੀਂ ਹੋਵੇਗਾ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋਵੇਗੀ। ਫਿਰ ਪ੍ਰਵਾਨਗੀ ਮਿਲੀ, ਉਹਨਾਂ ਨੂੰ ਦੀਖਿਆ ਦਿੱਤੀ। ਉਹਨਾਂ ਨੂੰ ਆਖਿਆ ਵੀ ਇਸ ਤਰ੍ਹਾਂ ਤੁਸੀਂ ਭਗਤੀ ਮਾਰਗ ਦੇ ਉੱਪਰ ਚੱਲੋ। ਪੀਪਾ ਜੀ ਨੇ ਫੈਸਲਾ ਕੀਤਾ ਕਿ ਹੁਣ ਮੈਂ ਰਾਜ ਪਾਠ ਕਰਦਿਆਂ ਹੋਇਆਂ ਨਹੀਂ, ਹੁਣ ਮੈਂ ਵਿਚਰਦਿਆਂ ਹੋਇਆਂ ਭਗਤੀ ਕਰਨੀ ਹੈ। ਜਿਹੜੇ ਗੁਰਮਤ ਤੋਂ ਅਣਜਾਣ ਲੋਕ ਹੁੰਦੇ ਹਨ, ਕਈ ਵਾਰੀ ਕਹਿ ਦਿੰਦੇ ਹਨ ਮਹਾਰਾਜ ਜੀ ਨੇ ਗ੍ਰਸਤ ਦਾ ਹੀ ਉਪਦੇਸ਼ ਦਿੱਤਾ ਹੈ, ਗ੍ਰਸਤ ਦਾ ਹੀ ਉਪਦੇਸ਼ ਦਿੱਤਾ ਹੈ। ਸਾਧ ਸੰਗਤ ਜੀ, ਗੁਰਬਾਣੀ ਦਾ ਕਲਾਵਾ ਬੜਾ ਵੱਡਾ ਹੈ, ਗੁਰਮਤ ਦਾ ਕਲਾਵਾ। ਮਹਾਰਾਜ ਕਹਿੰਦੇ, ਜਿਨ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣ, ਨਾਮ ਰਤਾ ਸੋਈ ਨਿਰਵਾਣ। ਕਹਿੰਦੇ ਜਿਨ੍ਹਾਂ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ, ਭਾਵੇਂ ਗ੍ਰਸਤੀ ਹੋਵੇ ਭਾਵੇਂ ਤਿਆਗੀ, ਕੀ ਫਰਕ ਪੈਂਦਾ ਹੈ, ਤੈਨੂੰ ਪ੍ਰਵਾਨ ਹਨ ਸਾਰੇ ਹੀ। ਪੀਪਾ ਜੀ ਨੇ ਆਖਿਆ, ਹੁਣ ਮੈਂ ਰਾਜ ਪਾਠ ਕਰਦਿਆਂ ਹੋਇਆਂ ਨਹੀਂ, ਵਿਚਰਦਿਆਂ ਹੋਇਆਂ ਭਗਤੀ ਕਰਨੀ ਹੈ। ਬਾਕੀ ਰਾਣੀਆਂ ਤਾਂ ਪਾਸੇ ਹੋ ਗਈਆਂ, ਕਿਉਂਕਿ ਸੁੱਖ ਵੇਲੇ ਸਾਰੇ ਲਾਗੇ ਲੱਗਦੇ ਹਨ, ਮੁਸ਼ਕਿਲ ਵੇਲੇ ਕੌਣ ਲਾਗੇ ਲੱਗਦਾ ਹੈ। ਪਰ ਇੱਕ ਰਾਣੀ ਦਾ ਨਾਮ ਆਇਆ ਹੈ ਸੀਤਾ। ਉਹ ਆਖਣ ਲੱਗੀ, ਜਿਵੇਂ ਰਾਮ ਜੀ ਦੇ ਨਾਲ ਸੀਤਾ ਰਹੀ, ਉਵੇਂ ਪੀਪੇ ਦੇ ਨਾਲ ਵੀ ਸੀਤਾ ਰਹੇਗੀ। ਮੈਂ ਨਹੀਂ ਤੁਹਾਡੇ ਨਾਲੋਂ ਪਾਸੇ ਹੋਵਾਂਗੀ, ਭਗਤੀ ਕਰਾਂਗੀ ਤੁਹਾਡੇ ਨਾਲ। ਉਸਨੇ ਵੀ ਨਾਲ ਹੀ ਭਗਤੀ ਕੀਤੀ ਹੈ। ਸਾਧ ਸੰਗਤ ਜੀ, ਲੰਬਾ ਚੌੜਾ ਪ੍ਰਸੰਗ ਹੈ, ਸਮਾਂ ਨਜ਼ਦੀਕ ਆ ਰਿਹਾ ਹੈ। ਭਗਤ ਜੀ ਦਾ ਇੱਕ ਸ਼ਬਦ ਹੈ, ਉਹਨਾਂ ਨੇ ਫਰਮਾਇਆ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ, ਕਾਇਆ ਬਹੁਖੰਡ ਖੋਜਤੇ ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਫਿਰ ਉਹਨਾਂ ਨੇ ਅਖੀਰ ਦੇ ਵਿੱਚ ਲਿਖਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਕਹਿੰਦੇ ਜਿਹੜੀ ਬ੍ਰਹਮ ਦੀ ਜੋਤ ਬ੍ਰਹਮੰਡ ਦੇ ਵਿੱਚ ਵਿਆਪਕ ਹੈ, ਉਹੀ ਪਿੰਡ ਦੇ ਵਿੱਚ ਸਰੀਰ ਦੇ ਵਿੱਚ ਵੀ ਵਿਆਪਕ ਹੈ। ਬ੍ਰਹਮੰਡ ਦੇ ਵਿੱਚੋਂ ਲੱਭਣ ਵਾਸਤੇ ਤੁਰਾਂਗੇ, ਸ਼ਾਇਦ ਕਾਮਯਾਬੀ ਨਾ ਮਿਲੇ, ਪਰ ਇਸ ਪਿੰਡ ਦੇ ਵਿੱਚੋਂ ਸਰੀਰ ਦੇ ਵਿੱਚੋਂ ਲੱਭਣ ਵਾਸਤੇ ਤੁਰਾਂਗੇ ਤਾਂ ਕਾਮਯਾਬੀ ਮਿਲ ਜਾਵੇਗੀ। ਉਹਨਾਂ ਦੇ ਬਚਨ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਚੰਦਰਮਾ ਵਿਆਪਕ ਹੈ ਨਾ, ਜਿਵੇਂ ਠਹਿਰਿਆ ਹੋਇਆ ਜਲ ਹੋਵੇ, ਚੰਦਰਮਾ ਦਾ ਵਿੱਚ ਅਕਸ਼ ਪੈਂਦਾ ਹੈ। ਜਦ ਹੀ ਮਾੜੀ ਜੀ ਕੋਈ ਢੀਮ ਉਸ ਪਾਣੀ ਦੇ ਵਿੱਚ ਸੁੱਟ ਦਿਓ, ਉਸ ਪਾਣੀ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ, ਫਿਰ ਉਸ ਦਾ ਅਕਸ਼ ਵਿੱਚੋਂ ਖਤਮ ਹੋ ਜਾਂਦਾ ਹੈ, ਫਿਰ ਅਕਸ਼ ਨਹੀਂ ਪੈਂਦਾ। ਇਸ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਦਾ ਮਨ ਇਕਾਗਰ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਪਰਮਾਤਮਾ ਦੀ ਝਲਕ ਮਿਲ ਜਾਂਦੀ ਹੈ, ਰੱਬ ਦੀ ਝਲਕ ਮਿਲ ਜਾਂਦੀ। ਇਹ ਇਕਾਗਰਤਾ ਦੀ ਗੱਲ ਹੈ। ਫਿਰ ਉਹ ਆਪਣੇ ਅੰਦਰ ਵੀ ਝਲਕ ਵੇਖ ਲੈਂਦੇ ਹਨ, ਸਾਰੇ ਪਾਸੇ ਵੀ ਵੇਖ ਲੈਂਦੇ ਹਨ।
ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਰਸ ਪੀਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਜਿਵੇਂ ਚੰਦਰਮਾ ਵਿਆਪਕ ਹੈ ਸਾਰੇ ਪਾਸੇ, ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਵੀ ਸਾਰੇ ਪਾਸੇ ਵਿਆਪਕ ਹੈ। ਗੁਰ ਤੇ ਦੀਸਾ ਸੋ ਤਿਸਹੀ ਮਾਹੇ। ਪਰ ਕਹਿੰਦੇ ਦਿਸਦਾ ਕਿਵੇਂ ਹੈ, ਬਿਨਾਂ ਮੁਰਸ਼ਿਦਾਂ ਕਿੱਥੇ ਹੱਥ ਰਾਹ ਆਉਂਦੇ ਹਨ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਦਿਖਾਈ ਦਿੰਦਾ ਹੈ, ਦਿਸਦਾ ਹੈ। ਫਿਰ ਦੇਖਣ ਵਾਲੇ ਉਸੇ ਦੇ ਵਿੱਚ ਹੀ ਸਮਾ ਜਾਂਦੇ ਹਨ। ਮਨ ਮੁਖ ਭੁੱਲੇ ਆਵੈ ਜਾਹੇ। ਪਰ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਜਿਹੜੇ ਮਨਮੁਖ ਹਨ, ਉਹ ਕਹਿੰਦੇ ਅਸਲੀ ਰਾਹ ਤੋਂ ਭੁੱਲੇ ਰਹਿੰਦੇ ਹਨ, ਭਟਕੇ ਰਹਿੰਦੇ ਹਨ। ਕਿਉਂਕਿ ਸਹੀ ਰਾਹ ਤਾਂ ਗੁਰੂ ਨੇ ਵਿਖਾਉਣਾ ਹੈ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਮਨਮੁਖ ਜੀਵ ਨੂੰ ਸਹੀ ਰਸਤਾ ਲੱਭਦਾ ਨਹੀਂ, ਇਸ ਕਰਕੇ ਭਟਕਦਾ ਰਹਿੰਦਾ ਹੈ। ਘਰ ਦਰ ਥਾਪ ਥਿਰ ਥਾੜ ਸੁਹਾਵੈ। ਉਹ ਦਰ ਅਤੇ ਘਰ ਨੂੰ ਥਾਪ ਕੇ ਨੇੜੇ ਦੇਖ ਕੇ ਫਿਰ ਕਹਿੰਦੇ ਸੋਭਦੇ ਹਨ, ਸੋਭਾ ਪਾਉਂਦੇ ਹਨ। ਆਪ ਪਛਾਣੈ ਜਾ ਸਤਿਗੁਰ ਪਾਵੈ। ਜਦ ਸਤਿਗੁਰੂ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਵਾਲੇ ਬਣਦੇ ਹਨ, ਗੁਰੂ ਦੀ ਮੱਤ ਦੇ ਉੱਪਰ ਚੱਲਦੇ ਹਨ, ਫਿਰ ਆਪਣੇ ਆਪੇ ਦੀ ਪਹਿਚਾਣ ਹੁੰਦੀ ਹੈ।